श्री गुरु नानक पद पंकज बंदन पंकज सिमरो अंगद दुख निकंदन अमरदास गुर हृदय श्री गुरु रामदास गुण गामो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शुभ मत प्रकाशक शुभ मत प्रकाशक गुरु हर राय नमो कर जो गुरु हर कृष्ण मनाए तेग बहादुर परम कृपाल गुरु गोबिंद सिंह विशाल गुरु गोबिंद सिंह विशाल तरों तरा पुर पुन सीसा बंदों बार बार जगदीसा बंदों बार बार जगदीसा। श्री गुरु ग्रंथ साहिब महाराज जी दे पावन दरबार अंदर हाजरी भर रही गुरु प्यारी गुरु सवारी सत संगत जीओ, इस समय दे विच रहिंदियां जिंदगी दे विच रहिंदियां होयां मनुख नूं मनुखी मन ते कई तरह की मैल लगती है और कई तरह की मैल ये नाल लैके ही आया है। इस करके महाराज जी ने गुरबाणी विच एक शब्द वरतिया धोना। जिवें कपड़ियां ते मैल लगती है, पिंडे ते मैल लगती है, साबणा नाल मैल साफ हो जाती है। जदों तई कपड़ा मैला होए वो सोहना नहीं लगता, भावें किड्डा ही महंगा होए। कीमत का कोई लाभ नहीं। जे कपड़ा महंगा है पर धुपिया होया नहीं, उसकी कोई कदर नहीं है। इवें ही मनुख का मन है, जे ये निर्मल नहीं है, भावें महाराज बाणी च कहते ने मन ही परमात्मा की अंश है, पर जदों तई इहदे ते कूड़ की मैल चढ़ी हुई है उदों तई एक कौडी का भी नहीं। और जदों जो जिवें जिवें मैल उतरती है मनुख हौली हौली जागदा है। जागण का मतलब इनू सोझी आउंदी है। जिवें मनुख रात नूं सुता हुंदा है, इनू अपने शरीर की कोई सोझी नहीं कित्थे पिया। ईवन कि जदों छोटे बच्चे हुंदे ने एक थां तो चुक के उन्होंने दूजियां थां ते पा दिता जांदा, उन्होंने पता ही नहीं लगता क्यों सुते हुए ने। इवें मनुख का मन इत्थे दुनिया च आके सो गया है। आके नहीं, वैसे तो ये सुता ही होया है, अनंत जन्मां तो सुता होया है, बस ये जन्म जागण दा है। ये जिहड़ा मनुखा शरीर है ये जागरण अवस्था वास्ते मिले है, किते जागरण आ जाए, माया दे मोह दी नींदर चों ये जाग जाए।
ਜਦੋਂ ਮਨੁੱਖ ਜਾਗਦਾ ਹੈ ਇੱਕ ਵਾਰੀ ਅਚੰਭਿਤ ਹੋ ਜਾਂਦਾ ਹੈ, ਮੈਂ ਕਿੱਥੇ ਪਿਆ। ਐਵੇਂ ਹੀ ਮਨੁੱਖ ਜਿਉਂ-ਜਿਉਂ ਮੈਲ ਉਤਰੇਗੀ ਇਹ ਅਚੰਭਿਤ ਹੁੰਦਾ ਜਾਏਗਾ। ਹੌਲੀ ਹੌਲੀ ਇਹਨੂੰ ਬੰਦਗੀ ਕਰਨ ਦੀ ਲੋੜ ਨਹੀਂ, ਬੰਦਗੀ ਇਹਦੇ ਅੰਦਰ ਚੱਲ ਪਏਗੀ। ਉਸ ਪਰਮਾਤਮਾ ਦੇ ਕੁਦਰਤ ਦੇ ਕੋਤਕ ਵੇਖ ਕੇ ਹੈਰਾਨ ਹੋ ਜਾਏਗਾ। ਇਹ ਸੋਣਾ ਵੀ ਚਾਹੇਗਾ, ਸੋ ਨਹੀਂ ਪਾਏਗਾ। ਇਹਨੂੰ ਮਹਾਰਾਜ ਪੂਰੀ ਦੀ ਪੂਰੀ ਇਸ ਜਿਹੜੀ ਆਪਾਂ ਗੱਲ ਕਹੀ ਹੈ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਇਹਨੂੰ ਕਹਿੰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ। ਇੱਥੇ ਸ਼ਬਦ ਵਰਤਿਆ ਧੋਣਾ, ਕਿਉਂਕਿ ਪਹਿਲਾਂ ਮਹਾਰਾਜ ਨੇ 2 ਪ੍ਰਮਾਣ ਦਿੱਤੇ ਨੇ, ਧੋਣ ਦੇ ਹੀ ਦਿੱਤੇ ਨੇ। ਉਹ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉੱਤਰ ਸੁਖੇ। ਪਾਣੀ ਦੇ ਵਿੱਚ ਧੋਤਿਆਂ ਹੱਥਾਂ ਪੈਰਾਂ ਤੇ ਲੱਗੀ ਮੈਲ ਧੁੱਪ ਜਾਂਦੀ ਹੈ। ਪਾਣੀ ਧੋਤੈ ਉੱਤਰ ਸੁਖੇ। ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਨ ਲਈਐ ਹੋ ਧੋਏ। ਇਹ ਦੋਵਾਂ ਦਾ ਤੇ ਸਾਨੂੰ ਪਤਾ ਹੈ। ਮਨੁੱਖ ਆਪਣੇ ਕੱਪੜਿਆਂ ਤੇ ਮੈਲ ਨਹੀਂ ਲੱਗਣ ਦਿੰਦਾ, ਮਨ ਤੇ ਕਿੰਨੀ ਲੱਗੀ ਹੋਈ ਹੈ ਹਜੇ ਤਾਈਂ ਪਤਾ ਹੀ ਨਹੀਂ। ਇੱਕ ਸ਼ਾਇਰ ਨੇ ਲਿਖਿਆ ਹੈ, ਉਹ ਕਹਿੰਦਾ ਹੈ ਮੇਰੇ ਕੋਲ ਸਮਾਂ ਥੋੜਾ ਹੈ ਪਰ ਜਿਹੜੀ ਮੈਲ ਮੈਨੂੰ ਲੱਗੀ ਉਹ ਬਹੁਤ ਜ਼ਿਆਦਾ ਹੈ। ਉਹ ਕਹਿੰਦਾ ਚਾਦਰ ਵੱਡੀ ਸਾਬਣ ਥੋੜਾ, ਜਦ ਧੋਵਾਂ ਤਦ ਰੋਵਾਂ। ਜਦੋਂ ਹੀ ਧੋਣਾ ਚਾਦਰ ਚੋਂ ਮੈਲ ਨਿਕਲੀ ਜਾਂਦੀ ਹੈ। ਹੌਲੀ ਹੌਲੀ ਮਨੁੱਖ ਰੋਣ ਹੀ ਲੱਗ ਜਾਂਦਾ ਹੈ, ਕਦੋਂ ਇਹ ਸਾਫ਼ ਹੋਏਗੀ। ਇਸ ਕਰਕੇ ਜਿਹੜੀ ਇਹ ਸਤ ਸੰਗਤ ਹੁੰਦੀ ਹੈ ਇਹ ਮੈਲ ਧੋਣ ਦਾ ਉਪਾਅ ਹੈ। ਹੌਲੀ ਹੌਲੀ ਕੀਤਿਆਂ ਮੈਲ ਧੁੱਪਦੀ ਹੈ। ਹਜੇ ਤੇ ਮਨੁੱਖ ਨੂੰ ਇਹ ਵੇਖਦਾ ਵੀ ਨਹੀਂ ਉਹ ਮੈਲਾ ਹੈ। ਪਹਿਲੀ ਤੇ ਗੱਲ ਇਹੀ ਹੈ, ਤਾਂ ਹੀ ਤੇ ਉਪਰਾਲਾ ਨਹੀਂ ਹੈ। ਪਹਿਲਾਂ ਤੇ ਮਨੁੱਖ ਨੂੰ ਇਹ ਪਤਾ ਲੱਗੇ ਮੈਂ ਮੈਲਾ ਹਾਂ, ਫਿਰ ਹੀ ਤੇ ਉਪਰਾਲਾ ਕਰੇਗਾ। ਸੋ ਆਪ ਜੀ ਸਤ ਸੰਗਤ ਵਿੱਚ ਜੁੜ ਬੈਠੇ ਹੋ, ਬੜੇ ਵੱਡੇ ਭਾਗਾਂ ਦੀ ਇਹ ਨਿਸ਼ਾਨੀ ਹੈ ਔਰ ਗੁਰੂ ਜੀ ਦੀ ਬੜੀ ਵੱਡੀ ਪ੍ਰਮਾਤਮਾ ਦੀ ਮਿਹਰਾਮਤ ਵੀ ਹੈ। ਇਹ ਜਿਹੜਾ ਕਰਮ ਹੈ ਇਹ ਸਾਰਿਆਂ ਕਰਮਾਂ ਚੋਂ ਸ੍ਰੇਸ਼ਟ ਹੈ। ਕਿਉਂ? ਇਹਦੇ ਵਿੱਚ ਬੈਠ ਕੇ ਮਨੁੱਖ ਨੂੰ ਕੁਝ ਵਿਲੱਖਣ ਪਤਾ ਲੱਗਦਾ ਹੈ, ਅਲੱਗ ਪਤਾ ਲੱਗਦਾ ਹੈ। ਬਾਕੀ ਤੇ ਸਾਰੇ ਕੰਮ ਜਿੰਨੇ ਕੁ ਮਨੁੱਖ ਕਰਦਾ ਹੈ ਕਾਰ ਵਿਹਾਰ, ਇਹ ਸਾਰੇ ਪਸ਼ੂਆਂ ਦੇ ਤੇ ਮਨੁੱਖ ਦੇ ਬਰਾਬਰ ਹੀ ਨੇ। ਕਾਰ ਵਿਹਾਰ ਕਿਰਿਆਵਾਂ ਛੋਟੀਆਂ ਵੱਡੀਆਂ ਹੋ ਸਕਦੀਆਂ ਨੇ, ਇੰਟੈਂਸ਼ਨ ਸੇਮ ਹੀ ਹੈ, ਇਰਾਦਾ ਸੇਮ ਹੈ। ਇੱਕ ਚਿੜੀ ਦਾ ਤੇ ਇੱਕ ਮਨੁੱਖ ਦਾ ਇਰਾਦਾ ਸੇਮ ਹੀ ਹੁੰਦਾ। ਉਹਦਾ ਵੀ ਇਰਾਦਾ ਹੈ ਆਪਣੇ ਬੱਚੇ ਨੂੰ ਪਾਲਣਾ, ਤੇ ਮਨੁੱਖ ਦਾ ਇਰਾਦੇ ਸੇਮ ਨੇ। ਹਾਂ, ਉਹਦੇ ਐਫਰਟਸ ਥੋੜ੍ਹੇ ਛੋਟੇ ਨੇ ਕਿਉਂਕਿ ਛੋਟਾ ਆਕਾਰ ਹੈ। ਮਨੁੱਖ ਦੇ ਇਰਾਦੇ ਕਿਰਿਆਵਾਂ ਥੋੜ੍ਹੀਆਂ ਵੱਡੀਆਂ ਨੇ। ਸੋ ਆਓ ਅੱਜ ਆਪਾਂ ਜਿਹੜੀ ਅੱਗੇ ਕਥਾ ਚੱਲਣੀ ਹੈ, ਇੱਕ ਗੰਗੂ ਸ਼ਾਹ ਨਾਂ ਦਾ ਖੱਤਰੀ ਹੈ, ਬੜਾ ਗਰੀਬ ਹੈ। ਗੁਰੂ ਅਮਰਦਾਸ ਜੀ ਦੇ ਕੋਲ ਉਹ ਆਉਂਦਾ ਹੈ। ਆਓ ਜਿਵੇਂ ਹੁਣ ਉਹ ਕਥਾ ਚੱਲਦੀ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰੂ ਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲਾਪੁਰ ਚਲਹਿ ਮਿਲਹਿ ਦਰਸਾਵਹਿ, ਇਮ ਨਿਸ਼ਚੇ ਕਰ ਪ੍ਰੇਮ ਵਧਾਵਹਿ। ਉਹ ਕਹਿੰਦੇ ਨੇ ਲਾਹੌਰ ਚੱਲੀਏ, ਲਾਹੌਰ ਗੁਰੂ ਜੀ ਦੇ ਕੋਲ ਜਾ ਕੇ ਪ੍ਰੇਮ ਨੂੰ ਵਧਾਉਣਾ ਕਰਾਂਗੇ। ਬਸੀ ਖੱਤਰੀ ਗੰਗੋ ਨਾਮਾ, ਧਨ ਵਿਵਹਾਰ ਕਰਨ ਤੇ ਕਾਮਾ। ਇੱਕ ਬਸੀ ਖੱਤਰੀ, ਗੰਗੋ ਉਸ ਦਾ ਨਾਮ ਹੈ। ਪੈਸੇ ਦਾ ਲੈਣ ਦੇਣ ਕਰਨਾ, ਵਿਆਜ ਤੇ ਪੈਸਾ ਲੈਣਾ ਦੇਣਾ, ਐਸਾ ਉਹਦਾ ਕੰਮਕਾਰ ਉਹ ਕਰਦਾ ਹੈ। ਦਰਬ ਹਜ਼ਾਰੋਂ ਬਣਜ ਚਲਾਵੇ,
ਨਿਤ ਪ੍ਰਤ ਮਤ ਕਰ ਅਧਿਕ ਵਧਾਵੈ। ਹਜ਼ਾਰਾਂ ਰੁਪਈਆਂ ਦਾ ਧਨ ਲੈ ਕੇ ਕਾਰ ਵਿਹਾਰ ਕਰਦਾ ਸੀ। ਰੋਜ਼ ਦਿਹਾੜੀ ਉਹਦਾ ਇਹੀ ਕੰਮ ਚੱਲਦਾ ਹੁੰਦਾ ਸੀ। ਵਿਕਰਿਓ ਏਕ ਬਾਰ ਵਿਵਹਾਰੈ, ਪਾਇਸ ਟੋਟਾ ਜਿਤ ਕਿਤ ਸਾਰੈ। ਇੱਕ ਵਾਰੀ ਐਸਾ ਕੰਮ ਬਣਿਆ, ਉਹਦਾ ਵਿਹਾਰ ਵਿਗੜ ਗਿਆ, ਕੰਮ ਚੱਲਦਾ ਚੱਲਦਾ ਵਿਗੜ ਗਿਆ। ਜਿੱਧਰ ਕਿੱਧਰ ਵੀ ਪੈਸਾ ਲਾਉਂਦਾ ਟੋਟਾ ਹੀ ਆਈ ਜਾਂਦਾ ਹੈ। ਕਈ ਵਾਰੀ ਐਸਾ ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਹੀ ਹੁੰਦਾ ਹੈ। ਕੋਈ ਨਾ ਕੋਈ ਕਰਮ ਐਸਾ ਆ ਡਿੱਗਦਾ ਹੈ, ਜਿੱਥੇ ਕਿੱਥੇ ਵੀ ਪੈਸਾ ਲਾਉਂਦਾ ਹੈ, ਟੋਟੇ ਤੋਂ ਸਿਵਾਏ ਕੋਈ ਹੱਥ ਨਹੀਂ ਲੱਗਦਾ ਹੈ। ਨਹੀਂ ਸਹਾਇਕ ਕੋ ਤਿਸ ਭਇਓ, ਪੁੱਤੋ ਉਧਾਰ ਨਾ ਸੋ ਕਿਨ ਦਇਓ। ਉਹਦਾ ਕੋਈ ਵੀ ਸਹਾਇਕ ਨਾ ਬਣਿਆ। ਉਹਨੇ ਉਧਾਰੀ ਪੈਸਾ ਜਿੰਨਾ ਵੀ ਦਿੱਤਾ ਹੋਇਆ ਸੀ, ਜਿਹਨੂੰ ਵੀ ਦਿੱਤਾ ਸੀ, ਕਿਸੇ ਨੇ ਵੀ ਪੈਸਾ ਵਾਪਸ ਨਹੀਂ ਮੋੜਿਆ ਹੈ। ਬੜਾ ਕਸ਼ਟ ਹੋਇਸ ਮਨ ਮਾਹੀ, ਸੋ ਉਪਚਾਰ ਚੱਲਿਓ ਤਿਸ ਨਾਹੀ। ਬੜਾ ਦੁੱਖ ਹੋਇਆ, ਉਪਚਾਰ ਵੀ ਬੜੇ ਕੀਤੇ ਪਰ ਚੱਲਿਆ ਕੋਈ ਨਹੀਂ। ਬੜੇ ਤਰੀਕੇ ਨਾਲ ਤਰਕੀਬਾਂ ਵਰਤਦਾ ਹੈ ਕੰਮ ਚਲਾਉਣ ਦੀਆਂ, ਬਿਜ਼ਨਸ ਚਲਾਉਣ ਦੀਆਂ, ਕਿਉਂਕਿ ਇਹ ਜਿਹੜੀਆਂ ਵਸਤੂਆਂ ਨੇ ਇਹ ਵੀ ਮਨੁੱਖ ਨੂੰ ਪਰਮਾਤਮਾ ਦੀ ਦਿੱਤੀਆਂ ਹੋਈਆਂ ਨੇ। ਬਾਣੀ ਕਹਿੰਦੀ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰਲੇ, ਤੋ ਮੂੜਾ ਕੋਹ ਕਾਹ ਕਰੇ। ਜਿੰਨਾ ਵੀ ਮਨੁੱਖ ਦੇ ਕੋਲ ਰੂਪ ਰੰਗ ਵਸਤੂਆਂ ਜੋ ਕੁਛ ਵੀ ਹੈ, ਉਹ ਸਭ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਕੋਈ ਵੀ ਕੁਛ ਵੀ ਚੀਜ਼ ਇਹਦੀ ਆਪਣੀ ਨਹੀਂ ਹੈ। ਬਸ ਇੱਕ ਚੀਜ਼ ਹੈ, ਵਸਤੂਆਂ ਦੇ ਉੱਤੇ ਹੰਕਾਰ, ਉਹ ਇਹਦਾ ਆਪਣਾ, ਔਰ ਉਹ ਹੰਕਾਰ ਇਹਦਾ ਝੂਠਾ ਹੈ। ਇਸ ਨੂੰ ਇਹ ਸਮਝਣਾ ਚਾਹੀਦਾ ਹੈ। ਹੁਣ ਬੜੇ ਤਰੀਕਿਆਂ ਨਾਲ ਤਰਕੀਬਾਂ ਕੀਤੀਆਂ, ਉਪਚਾਰ ਕੀਤੇ, ਪਰ ਜੋ ਪਰਮਾਤਮਾ ਨੇ ਚਾਹਣਾ ਹੋਣਾ ਤੇ ਉਹੀ ਹੁੰਦਾ ਹੈ। ਨਿਜ ਕੁਟੰਬ ਸੰਬੰਧੀ ਆਨ, ਅਰਜਨ ਸੰਗ ਬਣਜ ਕੋ ਠਾਨ। ਘਰ ਦੇ, ਆਪਣੇ ਘਰ ਦੇ ਸੰਬੰਧੀ ਅਤੇ ਜਿੰਨੇ ਵੀ ਰਿਸ਼ਤੇਦਾਰ ਜਿਨ੍ਹਾਂ ਨਾਲ ਵੀ ਕਾਰ ਵਿਹਾਰ ਕਰਦਾ ਸੀ, ਸਾਰਿਆਂ ਤੋਂ ਦੁਖੀ ਹੋ ਗਿਆ ਹੈ। ਸਖਾ ਆਦ ਸਭ ਤੇ ਦੁਖ ਪਾਇਸ, ਟਿਕਿਓਣ ਪਗ ਕਰ ਰਹਿਓ ਉਪਾਇਸ। ਜਿੰਨੇ ਵੀ ਸਕੇ ਸੰਬੰਧੀ ਨੇ ਸਾਰਿਆਂ ਤੋਂ ਪਰੇਸ਼ਾਨ ਹੋਇਆ, ਕਿਸੇ ਨੇ ਵੀ ਬਾਂਹ ਨਾ ਫੜੀ। ਕਿਉਂਕਿ ਅਸਲ 'ਚ ਹੁੰਦਾ ਜਾ ਕੋ ਮੁਸ਼ਕਲ ਅੱਤ ਬਣੈ, ਢੋਈ ਕੋਈ ਨਾ ਦੇ। ਥੋੜੀ ਮੁਸ਼ਕਲ ਤੇ ਚਲੋ ਦੁਨੀਆ ਨੇੜੇ ਲੱਗ ਹੀ ਜਾਂਦੀ ਹੈ, ਅੱਤ ਦੀ ਮੁਸ਼ਕਲ ਬਣਦੀ ਜਦੋਂ ਜਾ ਕੋ ਮੁਸ਼ਕਲ ਅੱਤ ਬਣੇ, ਵੱਡੀ ਮੁਸ਼ਕਲ ਬਣ ਜਾਏ। ਕੋਈ ਹੁੰਦਾ ਵਿਰਲਾ ਹੀ ਕੋਈ ਗੁਰਮੁਖ ਪਿਆਰਾ ਜਿਹੜਾ ਕੋਈ ਉਸ ਮੌਕੇ ਸਾਥ ਦੇਵੇ। ਜਿਵੇਂ ਕੋਈ ਬਿਮਾਰ ਵੀ ਹੋ ਜਾਏ ਨਾ, ਮੰਜੀ ਤੇ ਪੈ ਜਾਏ, ਕੋਈ ਰਿਸ਼ਤੇਦਾਰ ਆਏਗਾ, ਘੰਟਾ ਕੋਲ ਬੈਠ ਜਾਏਗਾ, ਅੱਧਾ ਘੰਟਾ, ਚੱਲ ਪੈਂਦੇ ਨੇ ਸਾਰੇ। ਘਰ ਦੇ ਵੀ ਨਹੀਂ ਕੋਲ ਬੈਠਦੇ, ਕੋਈ ਬਿਮਾਰ ਹੈ, ਉਹਨਾਂ ਦਾ ਤਾਂ ਸਰੀਰ ਠੀਕ ਹੈ। ਸੋ ਐਸੇ ਮੌਕੇ ਦੇ ਵਿੱਚ ਕੋਈ ਕੋਲ ਖਲੋਂਦਾ ਹੈ, ਕੋਈ ਵਿਰਲਾ ਹੀ। ਬਾਣੀ ਤੇ ਵੈਸੇ ਇਹ ਕਹਿੰਦੀ ਹੈ ਕੋਈ ਵੀ ਨਹੀਂ ਖਲੋਂਦਾ। ਵੈਸੇ ਸੱਚਾਈ ਵੀ ਇਹੀ ਹੈ, ਜਾ ਕੋ ਮੁਸ਼ਕਲ ਅੱਤ ਬਣੈ, ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਵੀ ਭੱਜ ਖਲੇ। ਹੁਣ ਇਹੀ ਕੰਮ ਗੰਗੋ ਦੇ ਨਾਲ ਹੋਇਆ। ਸਾਰੇ ਸੰਬੰਧੀ ਸਾਰਿਆਂ ਤੋਂ ਦੁਖੀ ਹੋ ਗਿਆ ਹੈ। ਚੌ ਦਿਸ ਤੇ ਜਬ ਸੰਕਟ ਭਰਿਓ, ਸਤਿਗੁਰ ਸੁਜਸ ਸਰਵਣ ਤਿਨ ਕਰਿਓ। ਜਦੋਂ ਚਾਰੇ ਬੰਨਿਆਂ ਤੋਂ ਜਵਾਬ ਹੋ ਗਿਆ, ਮਨੁੱਖ ਦੀ ਸੁਭਾਅ ਹੀ ਹੈ, ਫਿਰ ਉਹਨੇ ਗੁਰੂ ਦਾ ਜਸ ਸੁਣਿਆ ਕੰਨਾਂ ਨਾਲ। ਵੈਸੇ ਨਾ ਸਾਧ ਸੰਗਤ, ਗੁਰੂ ਦਾ ਜਸ ਤੇ ਸਦਾ ਹੀ ਹੈ, ਰੱਬ ਦੀ ਗੱਲ ਤੇ ਸਦਾ ਹੀ ਹੈ। ਮਨੁੱਖ ਨੂੰ ਉਦੋਂ ਸੁਣਦੀ ਹੈ ਜਦੋਂ ਦੁੱਖ ਹੈ, ਉਵੇਂ ਨਹੀਂ ਸੁਣਦੀ। ਬਾਣੀ ਨੇ ਕਿਹਾ ਵੀ ਹੈ ਪਰਮਾਤਮਾ ਤੇ ਸਦਾ ਹੀ ਹੈ। ਗੁਰੂ ਦੀ ਬਾਣੀ ਤੇ ਸਦਾ ਹੀ ਕਹਿੰਦੀ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਉਹ ਤੇ ਸਦਾ ਹੀ ਬੋਲਦੇ ਪਏ ਨੇ। ਮਨੁੱਖ ਨੂੰ ਉਦੋਂ ਸੁਣਦਾ ਹੈ ਜਦੋਂ ਕਿਤੇ ਇਹ ਤੇ ਸਾਰੇ ਬੰਨਿਓ ਜਵਾਬ ਹੋ ਜਾਏ। ਉਵੇਂ ਤੇ ਗੁਰਦੁਆਰਿਆਂ 'ਚ ਸਪੀਕਰ ਚੱਲਦੇ ਹੀ ਨੇ, ਸਵੇਰੇ ਸ਼ਾਮ ਗੁਰਬਾਣੀ ਚੱਲਦੀ ਹੈ, ਮੰਦਰਾਂ ਵਿੱਚ ਚੱਲਦੇ ਨੇ, ਮਸਜਿਦਾਂ 'ਚ ਚੱਲਦੇ ਨੇ, ਕਿੰਨੀ ਕਥਾ ਹੁੰਦੀ ਹੈ, ਕਿੰਨਾ ਕੀਰਤਨ ਹੁੰਦਾ ਹੈ। ਪਰ ਹੁਣ ਜਿਹਨੇ ਸੁਣਨਾ ਉਹ ਸੁਣ ਥੋੜੀ ਨਾ ਰਿਹਾ।
ਕਦੋਂ ਸੁਣੇਗਾ? ਕਈ ਵਾਰੀ ਜਾਂ ਤੇ ਉਹਨੂੰ ਸਮਾਜ ਵੱਲੋਂ ਧੋਖਾ ਮਿਲ ਜਾਏ, ਜਾਂ ਫਿਰ ਦੇਸ਼ ਵੱਲੋਂ ਧੋਖਾ ਮਿਲੇ, ਫਿਰ ਮਨੁੱਖ ਨੂੰ ਸੁਣਾਈ ਦਿੰਦੀ ਹੈ ਰੱਬ ਦੀ ਬਾਤ। ਫਿਰ ਉਹਨੂੰ ਲੱਗਦਾ ਹੈ ਵੀ ਚਲੋ ਸਭੋ ਭੱਜੈ ਆਸਰਾ, ਚੁੱਕਿਆ ਸਭ ਅਸਰਾਓ। ਜਦੋਂ ਸਾਰੇ ਰਿਸ਼ਤੇ ਨਾਤਿਆਂ ਤੋਂ ਧੋਖਾ ਮਿਲ ਉੱਠਦਾ ਹੈ, ਫਿਰ ਕਹਿੰਦਾ ਚਲੋ ਹੁਣ ਰੱਬ ਕੋਲ ਹੀ ਚੱਲੀਏ, ਹੋਰ ਤੇ ਕਿਤੇ ਹੈ ਨਹੀਂ ਥਾਂ। ਜਦੋਂ ਸਾਰਿਆਂ ਨੇ ਮੂੰਹ ਮੋੜ ਹੀ ਲਏ ਨੇ, ਫਿਰ ਇਹ ਸੋਚਦਾ ਚਲੋ ਹੁਣ ਪਰਮਾਤਮਾ ਕੋਲ ਚੱਲੀਏ। ਇਹਨੇ ਵੀ ਇਵੇਂ ਸੋਚਿਆ, ਚਲੋ ਇੰਨਾ ਕੁਝ ਸੋਚ ਕੇ ਵੀ ਸੋਚ ਤੇ ਲਿਆ, ਫਿਰ ਵੀ ਰਾਹ ਸਹੀ ਲੈ ਲਿਆ। ਕਈ ਵਾਰੀ ਮਨੁੱਖ ਐਸਾ ਵੀ ਹੁੰਦਾ ਹੈ, ਬਹੁਤਾ ਪਰੇਸ਼ਾਨ ਹੋ ਜਾਏ ਨਾ ਚਾਰੇ ਬੰਨੋਂ, ਫਿਰ ਉਹ ਮਰਨ ਦਾ ਵੀ ਰਾਹ ਚੁਣ ਲੈਂਦਾ। ਐਸੇ ਵੀ ਹੈਗੇ ਨੇ। ਜਾਂ ਨਸ਼ੇ ਦਾ ਰਾਹ ਚੁਣ ਲੈਂਦਾ ਹੈ। ਦੋ ਤਰੀਕੇ ਇਹ ਵੀ ਅਪਣਾ ਲੈਂਦਾ ਮਨੁੱਖ। ਪਰ ਇਹਨੇ ਗੁਰੂ ਦਾ ਜਸ ਸੁਣਿਆ, ਉਹ ਜਸ ਨੂੰ ਆਪਣੇ ਕੰਨਾਂ ਥਾਣੀ ਸ਼ਰਵਣ ਕੀਤਾ ਹੈ। ਚੋਰ ਸਬਨ ਕੋ ਨਿਕਸਿਓ ਕੈਸੇ, ਫਸਿਓ ਜਾਲ ਝੱਕ ਤਿਆਗਿਓ ਜੈਸੇ। ਜਿਵੇਂ ਕਿਵੇਂ ਮਨ ਵਿੱਚ ਬੜੇ ਜ਼ੋਰ ਨਾਲ, ਮਨ ਨਾਲ ਬੜੀ ਲੜਾਈ ਕਰਦਾ ਹੋਇਆ ਘਰ ਨੂੰ ਛੱਡ ਦਿੱਤਾ। ਜਿਵੇਂ ਜਾਲ ਦੇ ਵਿੱਚ ਮਛਲੀ ਫਸ ਜਾਏ ਨਾ, ਕਿੰਨਾ ਜ਼ੋਰ ਲਾਉਂਦੀ ਹੈ, ਚਟਪਟਾਉਂਦੀ ਹੈ, ਫਿਰ ਕਿਤੇ ਜਾ ਕੇ ਜਾਲ ਛੁੱਟਦਾ ਹੈ। ਲੜਨਾ ਬੜਾ ਪੈਂਦਾ ਹੈ ਮਛਲੀ ਨੂੰ। ਜੇ ਕੰਡੇ ਚੋਂ ਫਸ ਜਾਂਦੀ ਹੈ ਨਾ, ਜਦੋਂ ਮਛਲੀ ਆਪਣੇ ਵੱਲੋਂ ਜ਼ੋਰ ਤੇ ਬੜਾ ਲਾਉਂਦੀ ਹੈ, ਛੁੱਟਦੀ ਨਹੀਂ। ਇਹਨੇ ਬੜਾ ਜ਼ੋਰ ਲਾ ਕੇ ਇਹ ਜਿਹੜੇ ਜਾਲ ਵਿੱਚ ਫਸਿਆ ਹੋਇਆ ਸੀ, ਮੁਸੀਬਤਾਂ ਦੇ ਜਾਲ ਚੋਂ ਬਾਹਰ ਨਿਕਲ ਗਿਆ ਹੈ। ਔਰ ਸ੍ਰੀ ਅਮਰ ਆਸ ਇੱਕ ਧਾਰੀ, ਪਰੋਂ ਸ਼ਰਨ ਹੋਏ ਦੁੱਖ ਤੇ ਪਾਰੀ। ਉਹਨੇ ਸੋਚਿਆ ਮੈਂ ਹੁਣ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਪਾਂਗਾ। ਸੁਣਿਆ ਹੋਏਗਾ ਕਿਸੇ ਕੋਲੋਂ ਵੀ ਉਹ ਦੁੱਖ ਦੂਰ ਕਰਦੇ ਨੇ। ਐਵੇਂ ਤੇ ਨਹੀਂ ਸੋਚਿਆ ਉਹਨੇ, ਸੋਚਿਆ ਹੋਏਗਾ ਵੀ ਦੁੱਖ ਦੂਰ ਹੁੰਦੇ ਨੇ। ਤੇ ਇੱਕ ਆਸ ਲੈ ਕੇ ਤੁਰਿਆ ਆਪਣੇ ਘਰੋਂ। ਕਹਿੰਦਾ ਹੁਣ ਮੇਰੇ ਦੁੱਖਾਂ ਦਾ ਸਮਾਧਾਨ ਗੁਰੂ ਅਮਰਦਾਸ ਜੀ ਦੇ ਕੋਲ ਮਿਲੇਗਾ ਤੇ ਮੈਂ ਆਪਣੇ ਦੁੱਖਾਂ ਤੋਂ ਪਾਰ ਹੋ ਜਾਵਾਂਗਾ। ਦ੍ਰਿੜ ਹੈ ਪ੍ਰਤੀਤ ਧਰ ਦਰਸ਼ਨ ਆਇਓ, ਪ੍ਰੀਤਮ ਦੇਗ ਤੇ ਭੋਜਨ ਖਾਇਓ। ਬੜਾ ਦ੍ਰਿੜ ਵਿਸ਼ਵਾਸ ਲੈ ਕੇ ਆਪਣੇ ਘਰੋਂ ਤੁਰਿਆ ਅਤੇ ਆ ਕੇ ਪਹਿਲਾਂ ਉਸਨੇ ਭੋਜਨ ਛਕਿਆ ਹੈ। ਪ੍ਰੇਮ ਧਾਰ ਪੁਨ ਗਮਨਿਓ ਪਾਸ, ਦੇਖੇ ਜਬ ਮਨ ਭਇਓ ਹੁਲਾਸ। ਪ੍ਰੇਮ ਧਾਰਨ ਕਰਕੇ ਤੁਰ ਤੇ ਪਿਆ। ਜਦੋਂ ਗੁਰੂ ਜੀ ਦੇ ਪਾਸ ਆਇਆ, ਦਰਸ਼ਨ ਕੀਤੇ, ਮਨ ਪ੍ਰਸੰਨ ਹੋ ਗਿਆ। ਕਿਉਂਕਿ ਗੁਰੂ ਪੀਰ ਦੇ ਕੋਲ ਬੈਠਿਆਂ ਜਿਹੜੀਆਂ ਉਹਦੀਆਂ ਤਰੰਗਾਂ ਨੇ, ਜਿਵੇਂ ਕਿਸੇ ਗੁਲਾਬ ਦੇ ਫੁੱਲ ਦੇ ਕੋਲ ਬੈਠੀਆਂ ਨਾ, ਵੈਸੇ ਹੀ ਸੁਗੰਧੀ ਹੁੰਦੀ ਹੈ। ਚੰਦਨ ਦੇ ਕੋਲ ਬੈਠੀਏ ਵੈਸੇ ਹੀ ਸੁਗੰਧੀ ਹੁੰਦੀ ਹੈ। ਹਿਮਾਲਿਆ ਪਰਬਤ ਤੇ ਜਾਈਏ ਠੰਡ ਵੈਸੇ ਹੀ ਹੁੰਦੀ ਹੈ। ਰਾਜਸਥਾਨ 'ਚ ਜਾਈਏ ਕਿਤੇ ਗਰਮੀ ਦੇ ਟਾਈਮ ਗਰਮੀ ਵੈਸੇ ਹੀ ਹੁੰਦੀ ਹੈ, ਮਾਰੂਥਲਾਂ 'ਚ। ਐਵੇਂ ਗੁਰੂ ਦੇ ਕੋਲ ਬੈਠਿਆਂ ਪ੍ਰਸੰਨਤਾ ਆਪਣੇ ਆਪ ਹੀ ਆ ਜਾਂਦੀ ਹੈ। ਪੜ੍ਹਦਿਆਂ ਹੀ, ਪਰਮੇਸ਼ਰ ਦਾ ਨਾਮ ਲੈਂਦਿਆਂ ਹੀ ਮਨੁੱਖ ਦਾ ਮਨ ਵੈਸੇ ਹੀ ਖਿੜ ਜਾਂਦਾ ਹੈ। ਹੁਣ ਇਸ ਦੇ ਮਨ ਵਿੱਚ ਵੀ ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਪ੍ਰਸੰਨਤਾ ਆ ਗਈ ਹੈ। ਤਰਾਹੇ ਤਰਾਹੇ ਕਰ ਸਰਣੀ ਪਰਿਓ, ਗੁਰ ਪਗ ਪੰਕਜ ਪਰ ਸਿਰ ਧਰਿਓ। ਮਹਾਰਾਜ ਜੀ ਨੂੰ ਕਹਿੰਦਾ ਰੱਖਿਆ ਕਰੋ ਸਾਹਿਬ ਜੀ, ਰੱਖਿਆ ਕਰੋ, ਮਰ ਗਿਆ ਮੈਂ। ਐਵੇਂ ਕਹਿੰਦਾ ਮਨੁੱਖ। ਵੇਖੋ ਇੱਕ ਤਰੀਕਾ ਵੀ ਹੈ ਸ਼ਰਨ ਵਿੱਚ ਪੈਣ ਦਾ ਕਿਸੇ ਦੀ। ਜਦੋਂ ਮਨੁੱਖ ਚਾਰੇ ਬੰਨਿਓ ਹਾਰ ਜਾਏ ਨਾ, ਉਦੋਂ ਜਦੋਂ ਕਿਤੇ ਰੱਬ ਨੂੰ ਕਹੇਗਾ, ਉਦੋਂ ਇਹਦੀ ਅਰਦਾਸ ਬਿਲਕੁਲ ਸੱਚੀ ਹੋਏਗੀ, ਸਟੀਕ। ਪਰ ਕਦੀ ਵੇਖਣਾ ਦੁੱਖ ਵਿੱਚ ਕੀਤੀ ਹੋਈ ਅਰਦਾਸ 90-95% ਸਫਲ ਹੁੰਦੀ ਹੈ, ਦੁੱਖ ਵਿੱਚ ਕੀਤੀ ਹੋਈ। ਜਦੋਂ ਮਨੁੱਖ ਦਾ ਮਨ ਬਹੁਤ ਹੀ ਪਰੇਸ਼ਾਨ ਹੋ ਜਾਏ ਨਾ ਕਿਤੇ, ਉਦੋਂ ਅਰਦਾਸ ਕਰੇ, 90-95% ਸੁਣੀ ਜਾਂਦੀ ਹੈ। ਜਦੋਂ ਇਹ ਆਸ ਛੱਡ ਦੇ ਦੁਨੀਆ ਦੀ, ਜਦੋਂ ਤਾਈਂ ਇਹ ਕਿਸੇ ਦੀ ਆਸ ਰੱਖਦਾ ਹੈ ਮਨੁੱਖ, ਉਦੋਂ ਤਾਈਂ ਮੁਸ਼ਕਲ ਹੁੰਦਾ, ਕਿਉਂਕਿ ਇਹ ਸ਼ਰਨੀ ਨਹੀਂ ਨਾ ਪੈਂਦਾ, ਆਪਣੀ ਬੁੱਧੀ ਨਾਲ ਜ਼ੋਰ ਲਾਉਣਾ ਸੋਚਦਾ ਹੈ। ਹੁਣ ਮਹਾਰਾਜ ਨੂੰ ਕਹਿੰਦਾ ਮਹਾਰਾਜ ਰੱਖਿਆ ਕਰੋ, ਮੈਂ ਬਿਲਕੁਲ ਖਤਮ ਹੋ ਗਿਆ, ਮੇਰਾ ਹੁਣ ਅੱਗੇ ਪਿੱਛੇ ਕੋਈ ਨਹੀਂ ਰਿਹਾ। ਕਰਦਿਆਂ ਕਰਦਿਆਂ ਆਪਣੇ ਮੱਥੇ ਨੂੰ ਮਹਾਰਾਜ ਦੇ ਚਰਨਾਂ ਤੇ ਰੱਖਿਆ ਤੇ ਰੋ ਰਿਹਾ ਨਾਲ ਨਾਲ।
ਚਰਨਾਂ ਨੂੰ ਰੱਖ ਕੇ ਅੱਗੇ ਬੇਨਤੀਆਂ ਕਰਦਾ ਹੈ। ਬੈਠਿਓ ਨਿਕਟ ਕਹਿਓ ਗੁਰ ਦਿਆਲ, ਕਹੋ ਗੰਗੋ ਕਿਆ ਤੇਉ ਤੋਰ ਹਵਾਲ। ਮਹਾਰਾਜ ਨੇ ਕੋਲ ਬਿਠਾਇਆ, ਕਹਿੰਦੇ ਭਾਈ ਰੋਂਦਾ ਕਿਉਂ ਖੜਾ ਹੋ? ਇਹ ਤੇ ਦੱਸ, ਇੱਥੇ ਤੇ ਰੋਂਦੇ ਹੋਏ ਆਉਂਦੇ ਨੇ, ਹੱਸਦੇ ਜਾਂਦੇ ਨੇ, ਤੂੰ ਕਿਉਂ ਰੋ ਰਿਹਾ? ਤੇਰੀ ਕੀ ਮੁਸ਼ਕਲ ਹੈ? ਇਹ ਮਹਾਰਾਜ ਜੀ ਉਸ ਨੂੰ ਪੁੱਛਦੇ ਨੇ, ਤੇਰਾ ਨਾਲ ਕੀ ਬਣਿਆ ਹੈ? ਸੁਣ ਕੇ ਨਿਜ ਸੰਕਟ ਸਭ ਕਹਿਓ, ਪ੍ਰਭ ਜੀ ਧਨ ਟੋਟਾ ਮੈਂ ਲਹਿਓ। ਸਾਰਾ ਸੁਣ ਕੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਹੋਣਾ ਕੀ ਸੀ? ਵਪਾਰ ਕਰੀਦਾ ਸੀ, ਟੋਟਾ ਪੈ ਗਿਆ, ਬੱਚੇ ਭੁੱਖੇ ਮਰਦੇ ਨੇ, ਕਰੀਏ ਕੀ ਹੁਣ? ਇਹ ਗੱਲਬਾਤ ਆਪਣੀ ਸਾਰੀ ਬ੍ਰਿਥਾ ਗੁਰੂ ਜੀ ਨੂੰ ਸੁਣਾ ਰਿਹਾ ਹੈ। ਗੁਰੂ ਕਹਿਓ ਅਬ ਦਿੱਲੀ ਜੈ, ਮਾਨ ਬਾਪ ਤਹਿ ਕੋਠੀ ਪੈ। ਵੇਖੋ ਕਿਤੇ ਕਰਮ ਵੱਡੇ ਹੀ ਹੋਣਗੇ। ਮਹਾਰਾਜ ਕਹਿੰਦੇ ਚੱਲ ਕੋਈ ਗੱਲ ਨਹੀਂ ਬੇਟਾ, ਘਾਟੇ ਵਾਧੇ ਚੱਲਦੇ ਹੀ ਨੇ, ਪਰ ਤੂੰ ਹੁਣ ਖੜਾ ਹੋ, ਐਵੇਂ ਕਰ ਦਿੱਲੀ ਜਾ, ਹੁਣ ਉੱਥੇ ਜਾ ਕੇ ਇੱਕ ਆਪਣੀ ਕੋਠੀ ਬਣਾ ਲੈ। ਸਤ ਸੰਗਤ ਕੀ ਸੇਵਾ ਕਰੋ, ਹੋਵੇ ਹੈ ਦਰਬ ਨ ਚਿੰਤਾ ਧਰੋ। ਨਾਲੇ ਕਹਿੰਦੇ ਚਿੰਤਾ ਨਾ ਕਰ, ਸਤ ਸੰਗਤ ਦੀ ਸੇਵਾ ਕਰਿਆ ਕਰੋ, ਚਿੰਤਾ ਨਾ ਕਰੋ, ਜਿਹੜਾ ਧਨ ਹੈ ਫਿਰ ਤੁਹਾਨੂੰ ਮਿਲ ਜਾਵੇਗਾ। ਸ੍ਰੀ ਗੁਰ ਕੀ ਆਇਸ ਲੈ ਗਇਓ, ਪੁਰ ਮੈਂ ਕੋਟੀ ਪਾਵਤ ਭਇਓ। ਮਹਾਰਾਜ ਜੀ ਦੀ ਆਗਿਆ ਮੰਨ ਲਈ, ਫਿਰ ਵੀ ਸਿਆਣਾ ਸੀ ਜਿਹਨੇ ਗੁਰੂ ਦੀ ਆਗਿਆ ਨਾਲੋਂ ਨਾਲ ਮੰਨ ਲਈ। ਨਹੀਂ ਮਨੁੱਖ ਕਿੱਥੇ, ਮੈਂ ਅੱਜ ਵੀ ਇੱਕ ਥਾਂ ਬੇਨਤੀ ਕਰ ਰਿਹਾ ਸੀ, ਗੁਰੂ ਹੁੰਦਾ ਹੈ ਜਿਹੜਾ ਉਹ ਤ੍ਰਿਕਾਲਦਰਸ਼ੀ ਹੁੰਦਾ ਹੈ। ਇੱਥੇ ਅਸੀਂ ਬੈਠੇ ਹਾਂ, ਅੱਜ ਤੋਂ 2 ਮਹੀਨੇ ਬਾਅਦ ਕਿਹਦੇ ਨਾਲ ਕੀ ਹੋਣਾ ਹੈ, ਚੰਗਾ ਹੋਣਾ ਹੈ, ਮਾੜਾ ਹੋਣਾ ਹੈ, ਕੋਈ ਪਤਾ ਨਹੀਂ। ਜ਼ਿੰਦਗੀ ਇੱਕ ਬੰਦ ਕਿਤਾਬ ਹੈ, ਖੁੱਲੀ ਵੀ ਲਾ ਲਓ। ਜਿਵੇਂ 35-40 ਪੇਜ ਪੜ੍ਹ ਲਏ ਨੇ, ਹੁਣ ਅੱਗੇ ਜਿਹੜਾ 36ਵਾਂ ਪੇਜ ਹੈ ਉਹਦੇ ਅੱਗੇ ਕੀ ਲਿਖਿਆ ਹੈ ਨਹੀਂ ਪਤਾ। ਹੁਣ ਜਦੋਂ ਇਹ ਪੇਜ ਪਲਟਿਆ ਜਾਏਗਾ ਉਦੋਂ ਹੀ ਪਤਾ ਲੱਗਣਾ ਵੀ ਇਹਦੇ ਤੇ ਕੀ ਹੈ, ਨਹੀਂ ਪਤਾ ਕਿਸੇ ਨੂੰ ਵੀ। ਇਹ ਤੇ ਇੱਕ ਕਿਤਾਬ ਦੀ ਤਰ੍ਹਾਂ ਹੈ, ਜਦੋਂ ਖੁੱਲਣੀ ਹੈ ਉਦੋਂ ਹੀ ਪਤਾ ਲੱਗਣਾ ਇਹਦੇ ਵਿੱਚ ਕੀ ਕੀ ਹੈ। ਇਵੇਂ ਪਰ ਜਿਹੜਾ ਗੁਰੂ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ, ਕਿਉਂਕਿ ਉਹ ਬੰਦਗੀ ਕਰ ਕਰਕੇ ਇਸ ਅਵਸਥਾ ਤੇ ਅਪੜ ਜਾਂਦਾ ਹੈ ਇਹਨਾਂ ਗੱਲਾਂ ਦਾ। ਔਰ ਇਹ ਕੋਈ ਜਿਉਂ-ਜਿਉਂ ਬੰਦਗੀ ਮਨੁੱਖ ਕਰਦਾ ਹੈ ਉਸ ਨੂੰ ਸੋਝੀ ਵੀ ਹੋ ਜਾਂਦੀ। ਕਈ ਐਸੀਆਂ ਚੀਜ਼ਾਂ ਹੁੰਦੀਆਂ ਨੇ, ਬੰਦਗੀ ਕਰਨ ਵਾਲੇ ਨੂੰ ਕਈ ਚੀਜ਼ਾਂ ਵੈਸੇ ਹੀ ਸੁਝਣ ਲੱਗ ਜਾਂਦੀਆਂ ਨੇ। ਜਿਹੜੀ ਚੀਜ਼ 8-10 ਦਿਨ ਬਾਅਦ ਘਰ 'ਚ ਹੋਣੀ ਹੈ, ਕਈ ਵਾਰੀ ਮਨੁੱਖ ਕਹਿ ਦਿੰਦਾ ਮੈਨੂੰ ਇਹ ਪਹਿਲਾਂ ਹੀ ਸੁਝਦਾ ਸੀ ਵੀ ਐਵੇਂ ਹੋਏਗਾ। ਹਰੇਕ ਦੀ ਜ਼ਿੰਦਗੀ ਵਿੱਚ ਹੁੰਦਾ ਹੈ ਕਦੇ ਨਾ ਕਦੇ, ਹਰੇਕ ਮਨੁੱਖ ਨੂੰ ਸੁੱਝ ਜਾਂਦਾ ਹੈ। ਜੇ ਕਿਤੇ ਥੋੜਾ ਜਿਹਾ ਜਿਹਦਾ ਮਨ ਜਾਗਿਆ, ਥੋੜਾ ਜਿਹਾ ਜਿਹਦੀ ਮੈਲ ਲੈ ਗਈ ਹੈ ਮਨ ਤੋਂ, ਜਿਹਦਾ ਮਨ ਥੋੜਾ ਜਿਹਾ ਹਲਕਾ ਹੋ ਗਿਆ ਹੈ, ਥੋੜਾ ਜਿਹਾ ਹੌਲਾ ਹੋ ਗਿਆ ਹੈ, ਭਾਰ ਲੈ ਗਿਆ ਹੈ, ਉਹਨੂੰ ਸੁਝਣ ਲੱਗ ਜਾਂਦਾ ਹੈ। ਹੌਲੀ ਹੌਲੀ ਜਿਵੇਂ ਜਿਵੇਂ ਲਹਿੰਦਾ ਜਾਏਗਾ ਗਿਆਨ ਪ੍ਰਗਟ ਹੋਏਗਾ, ਫਿਰ ਤੇ ਉਹਨੂੰ ਵਿਖਣ ਵੀ ਲੱਗ ਜਾਂਦਾ। ਇਹ ਵੀ ਗੱਲ ਹੈ, ਅਗਲਾ ਉਹਨੂੰ ਪਤਾ ਵੀ ਲੱਗਣ ਲੱਗ ਜਾਂਦਾ ਵੀ ਅੱਗੇ ਹੋਣਾ ਕੀ ਹੈ। ਹੁਣ ਮਹਾਰਾਜ ਜੀ ਦੀ ਉਹਨੇ ਆਗਿਆ ਮੰਨ ਲਈ। ਹੁਣ ਗੁਰੂ ਸਾਹਿਬ ਕਹਿੰਦੇ ਨੇ, ਆਪਾਂ ਉਸ ਦਿਨ ਵੀ ਬੇਨਤੀ ਕੀਤੀ ਵੀ ਅਸਲ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਕੋਈ ਮਨੁੱਖ ਚੱਲ ਕੇ ਆਏ, ਜੇ ਉਹ ਕਹੇ ਮਹਾਰਾਜ ਮੇਰੇ ਕੋਲ ਪੈਸੇ ਦੀ ਕਮੀ ਹੈ, ਤੇ ਮਹਾਰਾਜ ਉਹਨੂੰ ਪਤਾ ਕੀ ਕਹਿਣਗੇ? ਮਹਾਰਾਜ ਕੇ ਪ੍ਰਭ ਕੋ ਸਿਮਰ ਹੈ ਸੇ ਧਨਵੰਤੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਹੁਣ ਇਹ ਤੇ ਕਹਿ ਦਿੱਤਾ। ਇਹ ਗੱਲ ਨੂੰ ਜ਼ਿੰਦਗੀ ਵਿੱਚ ਲਾਗੂ ਤੇ ਮਨੁੱਖ ਨੇ ਆਪ ਹੀ ਕਰਨਾ ਹੈ। ਗੁਰੂ ਨੇ ਤੇ ਬਚਨ ਕਹਿ ਦਿੱਤਾ ਹੈ, ਫਿਰ ਅੱਗੇ ਕਹੇ ਮਹਾਰਾਜ ਮੈਨੂੰ ਬਿਮਾਰੀ ਵੀ ਹੈ ਸਰੀਰ ਨੂੰ ਕੋਈ। ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ। ਭਾਈ ਜੇ ਬਿਮਾਰੀ ਹੈ ਥੋੜੀ ਮਿਹਨਤ ਕਰ। ਬਿਮਾਰੀਆਂ ਕਿਤੋਂ ਬਾਹਰੋਂ ਨਹੀਂ ਨਾ ਲੱਗੀਆਂ, ਆਪਣੇ ਆਪ ਹੀ ਲਾਈਆਂ ਨੇ। ਦੱਦਾ ਦੋਸ਼ ਨਾ ਦੇਉ ਕਿਸ਼ੈ, ਦੋਸ਼ ਕਰਮਾ ਆਪਣਿਆ। ਕੋਈ ਬਾਹਰੋਂ ਨਹੀਂ ਆ ਕੇ ਲਾ ਗਿਆ ਕੋਈ ਵੀ ਬਿਮਾਰੀ। ਮਨੁੱਖ ਦੀ ਜ਼ਿੰਦਗੀ ਵਿੱਚ ਆਦ ਉਪਾਦ ਵਿਆਦ ਲੱਗੀ ਹੈ, ਇਹਦੇ ਕਰਮਾਂ ਕਰਕੇ ਲੱਗੀ ਹੈ। ਕੁਝ ਪੁਰਾਣੇ ਨੇ, ਕੁਝ ਹੁਣ ਦੇ ਨੇ। ਇਸ ਕਰਕੇ ਮਹਾਰਾਜ ਜੀ ਦੀ ਗੱਲ ਉਹਨੇ ਨਾਲੋਂ ਨਾਲ ਮੰਨ ਲਈ ਤੇ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਦਿੱਲੀ ਵੱਲ ਨੂੰ ਚੱਲ ਪਿਆ ਹੈ। ਮੁਗਲ ਅਚਾਨਕ ਇੱਕ ਤਹਿ ਆਇਓ,
ਮਹਾਰਾਜ ਜੀ ਦੇ ਬਚਨਾਂ ਦੀ ਬਰਕਤ ਪਈ। ਇੱਕ ਮੁਗਲ ਉੱਥੇ ਆ ਗਿਆ, ਕਿਉਂਕਿ ਮੁਗਲਾਂ ਦਾ ਉਦੋਂ ਰਾਜ ਸੀ। ਉਹਦੇ ਕੋਲ 1 ਲੱਖ ਜਿਹੜੀ ਮੋਹਰ ਹੁੰਦੀ ਹੈ ਉਹਨੇ ਆਪਣੇ ਗੱਡੇ ਤੇ ਲੱਦੀ ਹੋਈ ਸੀ। ਏਕ ਫਰਦ ਹੁੰਡੀ ਕੋ ਚਾਹੇ ਬੂਝਤ ਫਿਰਤ ਕੋਠੀਨ ਮਾਹੋ। ਉੱਥੇ ਕੋਠੀਆਂ 'ਚ ਫਿਰਦਾ ਹੈ। ਹੁੰਡੀ ਕਹਿੰਦੇ ਨੇ ਪਰਚਾ, ਟੋਮੂ ਵੀ ਕਹਿੰਦੇ ਨੇ ਮਹਾਨ ਕੋਸ਼ ਦੇ ਅਨੁਸਾਰ, ਪਰਚਾ ਕਹਿੰਦੇ ਨੇ। ਜਿਵੇਂ ਅਸੀਂ ਹੁਣ RTGS ਕਰਾਉਂਦੇ ਆ ਨਾ ਬੈਂਕਾਂ ਵਿੱਚ, ਇੱਕ ਬੈਂਕ ਵਿੱਚ ਪੈਸਾ ਰੱਖ ਦਿੰਦੇ ਆ, ਉਹ RTGS ਦੂਜੇ ਖਾਤੇ ਵਿੱਚ ਹੋ ਜਾਂਦੀ। ਇਵੇਂ ਪਹਿਲਾਂ ਇਵੇਂ ਵਪਾਰ ਚੱਲਦਾ, ਜਿਵੇਂ ਕਿਸੇ ਕੋਲ 1 ਲੱਖ ਰੁਪਈਆ ਹੈ, ਹੁਣ ਦਿੱਲੀ ਤੋਂ ਲੈ ਕੇ ਜਾਣਾ ਹੈ ਲਾਹੌਰ, ਡਰ ਵੀ ਹੁੰਦਾ ਸੀ, ਜੰਗਲਾਂ ਦਾ ਟਾਈਮ ਸੀ, ਕੋਈ ਖੋਹ ਨਾ ਲਏ। ਫਿਰ ਜਿਹੜੇ ਵਪਾਰੀ ਸਨ ਉਹਨਾਂ ਦਾ ਆਪਸ 'ਚ ਕਨੈਕਸ਼ਨ ਹੁੰਦਾ ਸੀ, ਬੈਂਕਰ ਹੀ ਸਮਝ ਲਓ ਜਿਹੜਾ ਦਿੱਲੀ ਵਾਲੇ ਨੇ ਲਾਹੌਰ ਵਾਲਿਆਂ ਨਾਲ। ਉੱਥੋਂ ਫਿਰ ਮੰਨ ਲਓ ਜਿਹੜਾ ਵੀ ਰਜਿਸਟਰਡ ਹੁੰਦਾ ਸੀ ਉਹ ਲਿਖ ਦਿੰਦਾ ਸੀ, ਭਾਈ 1 ਲੱਖ ਰੁਪਇਆ ਮੇਰੇ ਕੋਲ ਆ ਗਿਆ। ਆ ਪਰਚਾ ਉਹਨੂੰ ਬਣਾ ਦੇਣਾ ਵੀ ਫਲਾਣੇ ਲਾਹੌਰ ਵਿੱਚ ਜਾਓ, ਉੱਥੇ ਸਾਡਾ ਦੂਜਾ ਏਜੰਟ ਬੈਠਾ, ਉਹਦੇ ਕੋਲ ਲੱਖ ਰੁਪਇਆ ਉੱਥੇ ਲੈ ਲਵੋ। ਹੁਣ ਉਹਦੀ ਉਹ ਕੋਸਟ ਲੈਂਦੇ ਹੁੰਦੇ ਸੀ, ਜਿਵੇਂ ਅੱਜ RTGS 'ਤੇ ਖਰਚਾ ਲੱਗਦਾ ਹੈ, ਟਰਾਂਸਫਰ 'ਤੇ ਖਰਚੇ ਲੱਗਦੇ ਨੇ, ਐਵੇਂ ਉਦੋਂ ਪੈਸਾ ਲੈਂਦੇ ਹੁੰਦੇ ਸੀ। ਉਹਨੇ ਲੱਖ ਰੁਪਇਆ ਲੈ ਕੇ ਆਇਆ, ਕਹਿੰਦਾ ਮੈਨੂੰ ਇੱਕ ਪਰਚਾ ਬਣਾ ਦਿਓ, ਹੁੰਡੀ ਬਣਾ ਦਿਓ, ਔਰ ਸਾਰੀਆਂ ਕੋਠੀਆਂ ਦੇ ਵਿੱਚ ਤੁਰਦਾ ਫਿਰਦਾ ਹੈ। ਸੁਨ ਹੁੰਡੀ ਇੱਕ ਕਰੈ ਨ ਕੋ ਦਰਬ ਅਧਿਕ ਤੇ ਤਰਾਸਤ ਸੋ। ਕਾਰਨ ਕੀ ਸੀ? ਫਿਰਿਆ ਤੇ ਬੜਿਆ ਕੋਰ, ਪਰ ਕੋਈ ਵੀ ਉਹਨੂੰ ਪਰਚਾ ਬਣਾ ਕੇ ਨਹੀਂ ਦਿੰਦਾ। ਕਾਰਨ ਕੀ? ਪੈਸਾ ਬੜਾ ਜ਼ਿਆਦਾ ਹੈ। ਹੁਣ ਇੰਨਾ ਪੈਸਾ ਦਿੱਲੀ 'ਚੋਂ ਤੇ ਪਰਚਾ ਲੈ ਜਾਏਗਾ, ਉਹਨੂੰ ਤੇ ਅੱਗੇ ਮਿਲ ਜਾਏਗਾ, ਪਰ ਕੱਲ੍ਹ ਉਹਨੇ ਵੀ ਤੇ ਦਿੱਲੀ ਤੋਂ ਦੇਣਾ ਹੈ ਉਹਨੂੰ, ਦੂਜੇ ਨੂੰ ਜਿਹੜਾ ਲਾਹੌਰ ਹੈ। ਇਸ ਕਰਕੇ ਸਾਰੇ ਜਿੰਨੇ ਵੀ ਉੱਥੇ ਵਣਜਾਰੇ ਨੇ, ਜਿੰਨੇ ਵੀ ਇਹਦਾ ਕੰਮ ਕਰਦੇ ਨੇ ਪੈਸੇ ਦਾ, ਸਾਰੇ ਡਰ ਰਹੇ ਹਨ। ਤਬ ਗੰਗੋ ਕੀ ਕੋਠੀ ਆਇਓ ਇੱਕ ਹੁੰਡੀ ਮੈਂ ਚਾਹਤ ਕਰਾਇਓ। ਉਦੋਂ ਫਿਰ ਉਹ ਗੰਗੋ ਦੀ ਕੋਠੀ ਵਿੱਚ ਆ ਗਿਆ ਤੇ ਉਸ ਨੂੰ ਆ ਕੇ ਕਹਿੰਦਾ, ਭਾਈ ਤੂੰ ਹੀ ਹੁੰਡੀ ਕਹਿੰਦੇ ਨੇ ਪਰਚਾ, ਵੀ ਤੂੰ ਹੀ ਮੈਨੂੰ ਇਹ ਪਰਚਾ ਬਣਾ ਦੇਵੇ। ਸਤਿਗੁਰ ਕੇ ਬਚ ਸਿਮਰਨ ਕਰੇ ਇਸ ਤੇ ਧਨ ਮਮ ਬ੍ਰਿਤਤਾ ਧਰੇ। ਗੁਰੂ ਦੇ ਬਚਨ ਯਾਦ ਕਰ ਲਏ ਵੀ ਗੁਰੂ ਨੇ ਕਿਹਾ ਸੀ ਦਿੱਲੀ ਜਾਓ, ਧਨ ਆ ਜਾਏਗਾ। ਉਹਨੇ ਫਿਰ ਇਹ ਗੁਰੂ ਦੇ ਬਚਨਾਂ ਨੂੰ ਯਾਦ ਕੀਤਾ ਹੈ। ਮੈਂ ਕਰਹੂੰ ਹੁੰਡੀ ਕਹਿ ਦਇਓ ਦਰਬ ਮੁਗਲ ਤੇ ਸਗਰੋ ਲਿਓ। ਕਹਿੰਦਾ ਭਾਈ ਲਿਆ ਪੈਸਾ, ਮੈਂ ਤੈਨੂੰ ਪਰਚਾ ਬਣਾ ਕੇ ਦੇ ਦਿੰਦਾ ਹਾਂ। ਲਿਖੀ ਦਰਸ਼ਨੀ ਤੇ ਕਰ ਦੀਨੀ ਲੇਕਰ ਲਾਪੁਰ ਤਿਆਰੀ ਕੀਨੀ। ਉਹਨੂੰ ਫਿਰ ਇੱਕ ਦਰਸ਼ਨੀ ਹੁੰਡੀ ਲਿਖ ਕੇ ਦੇ ਦਿੱਤੀ ਹੈ, ਪਰਚਾ ਲਿਖਤਾ ਹੈ, ਤੇ ਉਹਨੂੰ ਕਿਹਾ ਭਾਈ ਤੂੰ ਲਾਹੌਰ ਚਲਾ ਜਾ। ਤਬ ਗੰਗੋ ਦਿਨਾਰ ਜੋ ਸਾਰੀ ਪਹੁੰਚਾਈ ਤਿਸ ਨਗਰ ਅਗਾਰੀ। ਫਿਰ ਉਹ ਗੰਗੋ ਨੇ ਜਿੰਨੀਆਂ ਵੀ ਉਹਦੀਆਂ ਦਿਨਾਰ ਸਨ, ਮੋਹਰਾਂ ਸਨ, ਉਹਦੇ ਜਾਣ ਤੋਂ ਪਹਿਲਾਂ ਹੀ ਲਾਹੌਰ ਪਹੁੰਚਾ ਦਿੱਤੀਆਂ ਹਨ। ਮੁਗਲ ਪ੍ਰਵੇਸ਼ਿਓ ਲਾਹਪੁਰ ਜਾਏ ਗਇਓ ਬਨਕ ਡਿਗ ਹਾਟ ਪੁਛਾਏ। ਉਹਨੇ ਫਿਰ ਜਿਹੜੀ ਵੀ ਦਰਸ਼ਨੀ ਲਿਖ ਕੇ ਦਿੱਤੀ ਸੀ, ਗੰਗੋ ਨੇ ਲਿਖ ਕੇ ਦਿੱਤਾ ਸੀ ਫਲਾਣੀ ਦੁਕਾਨ ਤੋਂ ਜਾ ਕੇ ਆਪਣਾ ਲੱਖ ਰੁਪਇਆ ਲੈ ਲਈ। ਉਹਨੇ ਜਾ ਕੇ ਉਹ ਵਣਜਾਰੇ ਦਾ ਜਿਹੜਾ ਵੀ ਪੈਸੇ ਦਾ ਕੰਮ ਕਰਦਾ ਸੀ ਉਸ ਨੂੰ ਪੁੱਛ ਕੇ ਪੈਸੇ ਲੈ ਲਏ ਹਨ। ਮੋਰ ਦਰਸ਼ਨੀ ਹੁੰਡੀ ਲਿਹੋ ਲਾਖ ਮੋਹਰ ਅਬ ਗਿਣ ਕਰ ਦੇਹੋ। ਉੱਥੇ ਜਾ ਕੇ ਕਿਹਾ, ਕਹਿੰਦੇ ਭਾਈ ਆ ਮੇਰੇ ਤੋਂ ਪਰਚਾ ਲੈ ਲਵੋ ਅਤੇ ਮੈਨੂੰ 1 ਲੱਖ ਮੋਹਰਾਂ ਗਿਣ ਕੇ ਦੇ ਦੇਵੋ। ਪਹੁੰਚੀ ਮੋਹਰ ਸੋ ਦਈ ਨਿਕਾਸ ਗਇਓ ਮੁਗਲ ਲੈ ਹਿਰਦੇ ਹੁਲਾਸ। ਜਦੋਂ ਉਹਨੂੰ ਮੋਹਰਾਂ ਮਿਲ ਗਈਆਂ ਲਾਹੌਰ ਤੋਂ, ਬੜਾ ਖੁਸ਼ੀ ਦੇ ਨਾਲ ਲੈ ਕੇ ਤੁਰ ਪਿਆ ਹੈ। ਤਿਸ ਪੀਛੇ ਗੰਗੋ ਕੋ ਕਾਮ ਭਇਓ ਬ੍ਰਿਧ ਤੈਸੋ ਧਨ ਧਾਮ। ਉਸ ਤੋਂ ਬਾਅਦ ਬਸ ਉਹ ਦਿਨ ਪਹਿਲਾ ਸੀ ਜਿਸ ਦਿਨ ਉਹਦੇ ਘਰ ਪੈਸਾ ਆਉਣਾ ਸ਼ੁਰੂ ਹੋਇਆ। ਬਸ ਫਿਰ ਗੁਰੂ ਸਾਹਿਬ ਦਾ ਬਚਨ ਐਸਾ ਪ੍ਰਫੁੱਲਤ ਹੋਇਆ, ਦਿਨ ਪ੍ਰਤੀ ਦਿਨ ਧਨ ਜਿਹੜਾ ਵੱਧਦਾ ਚਲਿਆ ਗਿਆ ਹੈ। ਵਧੀ ਪ੍ਰਤੀਤ ਚੱਲਿਓ ਵਿਵਹਾਰ ਜਾਨਿਓ ਬਹੁਤੇ ਨਗਰ ਮਝਾਰ। ਬੜੀ ਪ੍ਰਤੀਤ ਵਧੀ, ਬੜਾ ਵਪਾਰ ਚੱਲਿਆ, ਨੇੜੇ ਨੇੜੇ ਦੇ ਸਾਰੇ ਨਗਰਾਂ ਵਿੱਚ ਵੱਡਾ ਵਪਾਰੀ ਬਣ ਗਿਆ ਹੈ।
ਬਰਸ ਬੀਤੇ ਤਿਸ ਥਾਇਓ, ਤਬ ਸ੍ਰੀ ਅਮਰ ਨਿਕਟ ਦਿਜ ਆਇਓ। ਬੜੇ ਸਾਲ ਬੀਤ ਗਏ। ਉਦੋਂ ਫਿਰ ਗੁਰੂ ਸਾਹਿਬ ਜੀ ਦੇ ਕੋਲ ਇੱਕ ਗਰੀਬ ਬ੍ਰਾਹਮਣ ਆ ਗਿਆ ਹੈ। ਕੰਨਿਆ ਏਕ ਨਿਕੇਤ ਕੁਮਾਰੀ, ਸ਼੍ਰੀ ਗੁਰ ਆਇਓ ਸ਼ਰਨ ਤੁਮਾਰੀ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਾਹਿਬ ਜੀ ਮੇਰੇ ਘਰ ਇੱਕ ਕੁਆਰੀ ਕੰਨਿਆ ਹੈ ਤੇ ਉਹਦੀ ਮੈਂ ਸ਼ਾਦੀ ਕਰਨੀ ਹੈ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਕੇਤਕ ਦਰਬ ਤੁਮ ਤੇ ਜਬ ਪਾਵੋ, ਕੰਨਿਆ ਪਾਨ ਗ੍ਰਹਿਣ ਕਰਵਾਵੋ। ਮਹਾਰਾਜ ਜੀ ਜੇ ਤੁਸੀਂ ਮੈਨੂੰ ਕੋਈ ਪੈਸਾ ਦੇ ਦੇਵੋਗੇ, ਮੈਂ ਆਪਣੀ ਲੜਕੀ ਦਾ ਵਿਆਹ ਕਰ ਦੇਵਾਂਗਾ। ਰਿਨ ਰਿਪ ਬਲ ਤੇ ਦੁਖ ਨਹਿ ਐਸੇ, ਪਿਤ ਕੁਮਾਰ ਕੋ ਪਾਵਤ ਜੈਸੇ। ਮਹਾਰਾਜ ਜੀ ਵੱਡਾ ਬਲਵਾਨ ਦੁਸ਼ਮਣ ਹੋਏ ਨਾ, ਉਹਨੂੰ ਵੇਖ ਕੇ ਇੱਕ ਪਿਤਾ ਨੂੰ ਇੰਨਾ ਡਰ ਨਹੀਂ ਲੱਗਦਾ ਜਿੰਨਾ ਆਪਣੇ ਘਰ ਕੁਆਰੀ ਕੰਨਿਆ ਨੂੰ ਵੇਖ ਕੇ ਲੱਗਦਾ। ਇਸ ਕਰਕੇ ਮਹਾਰਾਜ ਮੇਰੇ ਵਾਸਤੇ ਬੜੀ ਦੁੱਖ ਦੀ ਗੱਲ ਹੈ, ਮੇਰੇ ਘਰ ਇਹ ਲੜਕੀ ਹੈ, ਤੁਸੀਂ ਮੈਨੂੰ ਪੈਸਾ ਦੇਵੋ, ਮੈਂ ਇਸ ਦੀ ਸ਼ਾਦੀ ਕਰਨੀ ਚਾਹੁੰਦਾ ਹਾਂ। ਸ਼੍ਰੀ ਗੁਰ ਕਿਰਪਾ ਧਾਰ ਸੁਖ ਰਾਸ, ਲਿਖੇ ਰਜਤ ਪਨ ਦੇਹੋ 50। ਮਹਾਰਾਜ ਜੀ ਨੇ ਕਿਰਪਾ ਕਰਕੇ ਉਹਨੂੰ ਇੱਕ ਚਿੱਠੀ ਲਿਖ ਦਿੱਤੀ ਵੀ ਦਿੱਲੀ ਚਲਾ ਜਾ, ਉੱਥੇ ਆਪਣਾ ਸਿੱਖ ਹੈ ਗੰਗੋ ਸ਼ਾਹ, ਤੇ ਉਹਨੂੰ ਜਾ ਕੇ ਇਹ ਚਿੱਠੀ ਦੇ ਦੇਣੀ ਹੈ। ਉਹ ਤੈਨੂੰ 50 ਰਜਤਪਣ, ਰਜਤਪਣ ਉਦੋਂ ਦੀ ਕਰੰਸੀ ਦਾ ਨਾਂ ਹੈ। ਰਜਤ ਵੈਸੇ ਚਾਂਦੀ ਨੂੰ ਵੀ ਕਹਿੰਦੇ ਨੇ, ਸ਼ਾਇਦ ਚਾਂਦੀ ਦੀਆਂ ਮੋਹਰਾਂ ਚੱਲਦੀਆਂ ਹੋਣ। ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਵੀ ਇਹੀ ਮੋਹਰ ਚੱਲਦੀ ਸੀ, ਔਰ ਕਰੰਸੀ ਬਦਲਦੀ ਰਹੀ ਹੈ 100 200 ਜਿਵੇਂ ਜਿਵੇਂ ਰਾਜ ਆਉਂਦਾ ਰਿਹਾ। ਕਦੇ ਸੋਨੇ ਦੀਆਂ ਮੋਹਰਾਂ ਚੱਲਦੀਆਂ ਸਨ, ਕਦੇ ਹੌਲੀ ਹੌਲੀ ਚਾਂਦੀ ਦੀਆਂ ਆਈਆਂ, ਕਾਂਸੇ ਦੀਆਂ ਮੋਹਰਾਂ ਬਦਲਦੀਆਂ ਰਹੀਆਂ। ਫਿਰ 50 ਰਜਤਪਣ ਮਹਾਰਾਜ ਨੇ ਚਿੱਠੀ ਤੇ ਲਿਖੇ ਨੇ, ਭਾਈ ਇਹਨੂੰ ਦੇ ਦੇਣੇ ਹਨ। ਗੰਗੋ ਪਰ ਹੁੰਡੀ ਕਰ ਦੀਨ, ਲੇਕਰ ਬ੍ਰਿਪ ਗਮਨ ਕੋ ਕੀਨ। ਮਹਾਰਾਜ ਨੇ ਪਰਚਾ ਲਿਖ ਦਿੱਤਾ, ਉਹ ਬ੍ਰਾਹਮਣ ਚਿੱਠੀ ਲੈ ਕੇ ਦਿੱਲੀ ਚੱਲ ਪਿਆ ਹੈ। ਪਹੁੰਚੋ ਪੁਰ ਕਾਗਜ ਜਬ ਦਇਓ, ਗੰਗੋ ਪਿਖ ਬਿਸਮੈ ਹੋਏ ਗਇਓ। ਮਹਾਰਾਜ ਜੀ ਨੇ ਜਦੋਂ ਉਹ ਕਾਗਜ਼ ਉਹਨੇ ਜਾ ਕੇ ਗੰਗੋ ਨੂੰ ਦਿੱਤਾ, ਉਹ ਬੜਾ ਹੈਰਾਨ ਹੋਇਆ ਵੀ ਇਹ ਕਾਗਜ਼ ਕਿਸ ਦਾ ਆ ਗਿਆ ਹੈ। ਤੂਸਨ ਭਇਓ ਨਾ ਧਨ ਕੋ ਦੀਨ, ਹਟਿਓ ਬ੍ਰਿਪ ਔਰ ਸੰਕਟ ਪੀਨ। ਉਹ ਚੁੱਪ ਕਰ ਰਿਹਾ ਤੇ ਕੋਈ ਵੀ ਪੈਸਾ ਉਹਨੂੰ ਬ੍ਰਾਹਮਣ ਨੂੰ ਨਾ ਦਿੱਤਾ, ਤੇ ਉਹ ਜਿਹੜਾ ਪੈਸੇ ਲੈਣ ਗਿਆ ਸੀ ਬੜਾ ਸ਼ਰਮਿੰਦਾ ਹੁੰਦਾ ਹੈ। ਸ਼੍ਰੀ ਗੁਰ ਅਮਰਦਾਸ ਕੇ ਪਾਸ, ਆਇਓ ਛੂਛਾ ਭਇਓ ਨਿਰਾਸ। ਉਹ ਵਿਚਾਰਾ ਦਿੱਲੀ ਤੋਂ ਵਾਪਸ ਆਇਆ, ਔਰ ਉਦੋਂ ਵੇਖੋ ਗਿਆ ਵੀ ਕਿੰਨੀ ਮਿਹਨਤ ਨਾਲ ਹੋਏਗਾ, ਖਾਲੀ ਵਾਪਸ ਆ ਗਿਆ। ਖਾਲੀ ਗੁਰੂ ਅਮਰਦਾਸ ਜੀ ਦੇ ਕੋਲ ਆ ਕੇ ਕਹਿੰਦਾ ਹੈ, ਅੰਤਰ ਜਾਮੀ ਸਭ ਕਛ ਜਾਨਾ, ਗੰਗੋ ਪਾਏ ਦਰਬ ਅਭਿਮਾਨਾ। ਅੰਤਰਜਾਮੀ ਗੁਰੂ ਜੀ ਨੇ ਸਭ ਕੁਝ ਜਾਣ ਲਿਆ। ਮਹਾਰਾਜ ਕਹਿੰਦੇ ਭਾਈ ਇਹਦੇ ਕੋਲ ਧਨ ਆ ਗਿਆ ਹੈ, ਧਨ ਆਉਣ ਕਰਕੇ ਅਭਿਮਾਨੀ ਹੋ ਗਿਆ। ਸਾਧ ਸੰਗਤ ਹੁੰਦਾ ਵੀ ਹੈ, ਜਿਉਂ-ਜਿਉਂ ਮਨੁੱਖ ਦੇ ਕੋਲ ਧਨ ਵੱਧਦਾ ਜਾਂਦਾ ਹੈ, ਧਰਮ ਘਟਦਾ ਜਾਂਦਾ ਹੈ। ਜਿਉਂ-ਜਿਉਂ ਧਨ ਦੀ ਭਰਮਾਰ ਵੱਧਦੀ ਜਾਂਦੀ ਹੈ, ਮਨੁੱਖ ਬਾਣੀ ਨੇ ਤਾਂ ਹੀ ਕਿਹਾ ਦੁੱਖ ਦਾਰੂ ਸੁਖ ਰੋਗ ਪਿਆ। ਜਿਉਂ-ਜਿਉਂ ਮਨੁੱਖ ਦੇ ਕੋਲ ਸੁਖਾਵੀਂ ਚੀਜ਼ਾਂ ਆਉਂਦੀਆਂ ਨੇ, ਧਾਰਮਿਕ ਮਨੁੱਖ ਘੱਟ ਹੀ ਰਹਿੰਦਾ ਹੈ। ਜਿਵੇਂ ਜੀਸਸ ਕ੍ਰਾਈਸਟ ਲਿਖਦੇ ਨੇ, ਕਹਿੰਦੇ ਮੈਂ ਇਹ ਮੰਨ ਸਕਦਾ ਇੱਕ ਸੂਈ ਦੇ ਨੱਕੇ ਚੋਂ ਇੱਕ ਊਠ ਨਿਕਲ ਗਿਆ, ਪਰ ਮੈਂ ਇਹ ਨਹੀਂ ਮੰਨ ਸਕਦਾ ਬਹੁਤਾ ਧਨੀ ਵਿਅਕਤੀ ਧਾਰਮਿਕ ਹੋ ਸਕਦਾ। ਇਹ ਮੇਰੇ ਮੰਨਣ ਵਿੱਚ ਨਹੀਂ ਆਉਂਦਾ। ਕਿਤੇ ਨਾ ਕਿਤੇ ਉਹਦੀ ਗੱਲ ਸੱਚਾਈ ਵੀ ਹੈ। ਜਿਉਂ-ਜਿਉਂ ਮਨੁੱਖ ਦੇ ਕੋਲ ਧਨ ਵੱਧਦਾ ਹੈ, ਫਿਰ ਉਹਦੇ ਕੋਲ ਧਰਮ ਦਾ ਟਾਈਮ ਘਟ ਜਾਂਦਾ ਹੈ। ਆਮ ਅਸੀਂ ਕਹਿੰਦੇ ਹਾਂ, ਬੜਿਆਂ ਨੂੰ ਸੁਣਿਆ ਜੇ ਭਾਈ ਤੁਸੀਂ ਸੰਗਤ ਵਿੱਚ ਆਇਆ ਕਰੋ, ਉਹ ਕਹਿੰਦੇ ਟਾਈਮ ਨਹੀਂ ਹੈ। ਇਹ ਨਹੀਂ ਪਤਾ ਜੋ ਕੁਝ ਵੀ ਘਰ ਵਿੱਚ ਰਾਸ਼ਨ ਪਾਣੀ ਚੱਲ ਰਿਹਾ ਹੈ, ਇਹ ਉਹਦਾ ਹੀ ਦਿੱਤਾ ਚੱਲ ਰਿਹਾ ਹੈ, ਜਿਹਦੇ ਕੋਲ ਅਸੀਂ ਜਾ ਕੇ ਟਾਈਮ ਕੱਢਣਾ ਹੈ। ਬਾਣੀ ਕਹਿੰਦੀ ਏਕ ਭੀਨਾ ਦੇ 10 ਪੀ ਹਿਰਲੇ। ਪਰ ਸਾਧ ਸੰਗਤ ਪਰਮਾਤਮਾ ਇੰਨਾ ਨਿਰਦਈ ਵੀ ਨਹੀਂ ਹੈ। ਐਸਾ ਨਹੀਂ ਹੈ
ਜੇ ਉਹਦੀ ਕੋਈ ਫਿਰ ਤੇ ਪ੍ਰਮਾਤਮਾ ਵੀ ਲਾਲਚ ਹੋਇਆ ਵੀ ਇਹ ਨਾਮ ਨਹੀਂ ਜਪਦਾ, ਇਹਨੂੰ ਮਾਰ ਦਿਓ, ਐਸਾ ਨਹੀਂ ਹੈ। ਉਹ ਦਿਆਲੂ ਹੈ। ਉਹ ਫਿਰ ਵੀ ਸੋਚਦਾ ਚਲੋ ਬੱਚੇ ਨੇ, ਗਲਤੀਆਂ ਹੋ ਜਾਂਦੀਆਂ ਨੇ। ਬਾਣੀ 'ਚ ਸ਼ਬਦ ਆਉਂਦਾ ਹੈ, ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਣ। ਮਹਾਰਾਜ ਪਾਲੇ ਅਕਿਰਤ ਕਣਾ, ਜਿਹੜੇ ਉਹਦਾ ਨਾਮ ਨਹੀਂ ਵੀ ਨਾ ਲੈਂਦੇ ਉਹਨਾਂ ਨੂੰ ਵੀ ਰੋਟੀ ਉਹ ਦਿੰਦਾ। ਇਹ ਨਹੀਂ ਹੈ। ਉਹ ਦੁਨੀਆ ਦੇ ਉੱਤੇ ਉਹੀ ਥੋੜੀ ਨਾ ਅਮੀਰ ਨੇ ਜਿਹੜਾ ਰੱਬ ਦਾ ਨਾਮ ਲੈਂਦੇ ਨੇ, ਜਿਹੜੇ ਨਹੀਂ ਲੈਂਦੇ ਉਹ ਵੀ ਨੇ। ਕਿਉਂਕਿ ਕਰਮ ਤੇ ਜਿਹੜੇ ਜਿਹੜੇ ਕੀਤੇ ਨੇ, ਸਾਰਿਆਂ ਦਾ ਕਰਮਾਂ ਦਾ ਉਹਨੂੰ ਦੇਣਾ ਦੇਣਾ ਹੈ। ਉਹਨੇ ਕਿਸੇ ਨੇ ਪਿਛਲੇ ਜਨਮ 'ਚ ਕੋਈ ਜਪ ਤਪ ਕੀਤਾ ਹੈ ਤੇ ਉਹਨੂੰ ਉਹ ਮਿਲਣਾ ਹੀ ਮਿਲਣਾ ਹੈ। ਉਹਦੇ ਵਾਸਤੇ ਵਿਉਂਤਬੰਦੀ ਵੀ ਆਪਣੇ ਆਪ ਬਣ ਜਾਂਦੀ। ਕਈ ਮਨੁੱਖ ਜ਼ਿੰਦਗੀ ਵਿੱਚ ਕੋਈ ਬਹੁਤੀ ਮਿਹਨਤ ਨਹੀਂ ਕਰਦੇ, ਫਿਰ ਵੀ ਉਹਨਾਂ ਨੂੰ ਬਹੁਤ ਕੁਝ ਮਿਲ ਜਾਂਦਾ ਹੈ। ਆਪਾਂ ਕਹਿੰਦੇ ਇਹ ਕਦੇ ਗੁਰਦੁਆਰੇ ਵੀ ਨਹੀਂ ਜਾਂਦਾ ਤੇ ਕਦੇ ਮੰਦਿਰ ਵੀ ਨਹੀਂ ਗਿਆ, ਕਦੀ ਮਸਜਿਦ ਵੀ ਨਹੀਂ ਗਿਆ, ਇਹਨੂੰ ਕਿੰਨਾ ਕੁਝ ਮਿਲਿਆ। ਉਹ ਕੋਈ ਅੱਜ ਦਾ ਨਹੀਂ ਹੈ, ਉਹਦਾ ਕੋਈ ਪ੍ਰਾਲਬਧ ਹੈ ਪਿਛਲੀ ਜਿਹੜੀ ਤੁਰੀ ਆਉਂਦੀ ਹੈ। ਗਿਆ ਤੇ ਜ਼ਰੂਰ ਹੋਏਗਾ, ਬੰਦਗੀ ਤੇ ਉਹਨੇ ਕੀਤੀ ਹੋਏਗੀ, ਪਰ ਇਸ ਜਨਮ 'ਚ ਭਾਵੇਂ ਨਾ ਕੀਤੀ ਹੋਏ। ਬਾਣੀ ਤੇ ਮਹਾਰਾਜ ਵਿੱਚ ਕਹਿੰਦੇ ਨੇ, ਕਹਿੰਦੇ ਅਸਲ ਦੇ ਵਿੱਚ ਪਹਿਲਾਂ ਜਦੋਂ ਮਨੁੱਖ ਰਾਜੰਗਤਾ ਅਭਿਮਾਨੰ ਸ਼ਲੋਕ ਸੰਸਕ੍ਰਿਤੀ, ਜਿਵੇਂ ਮਨੁੱਖ ਨੂੰ ਰਾਜ ਮਿਲਦਾ ਹੈ, ਕਿਸੇ ਵੀ ਗੱਦੀ ਦਾ ਮਿਲੇ, ਪਹਿਲੀ ਸ਼ਰਤ ਹੈ ਉਹਦੇ ਵਿੱਚ ਅਭਿਮਾਨ ਆਉਂਦਾ ਹੈ ਜਦੋਂ ਵੀ ਰਾਜ ਮਿਲੇਗਾ। ਇਹੀ ਹਾਲਾਤ ਗੰਗੋ ਦੀ ਬਣੀ। ਰਾਜ ਮਿਲਿਆ, ਪਹਿਲਾਂ ਰੋਂਦਾ ਸੀ, ਹੁਣ ਪੈਸਾ ਮਿਲ ਗਿਆ, ਹੁਣ ਅਭਿਮਾਨੀ ਹੋ ਗਿਆ ਹੈ। ਕਰਿਓ ਵਿਚਾਰਨ ਦਰਬ ਸੁਭਾਏ, ਜਿਸ ਡਿਗ ਆਵੇ ਸੁਧ ਤਿਸ ਜਾਏ। ਮਹਾਰਾਜ ਜੀ ਕਹਿੰਦੇ ਨੇ ਵਿਚਾਰ ਕੀਤੀ, ਕਹਿੰਦੇ ਉਹਦਾ ਕਸੂਰ ਨਹੀਂ ਹੈ, ਇਹ ਮਾਇਆ ਦਾ ਸੁਭਾਅ ਹੀ ਹੈ। ਜਿਹਦੇ ਕੋਲ ਇਹ ਜਾਂਦੀ ਹੈ ਉਹਦੀ ਮੱਤ ਖੋ ਲੈਂਦੀ ਹੈ, ਇਹ ਸੁਭਾਅ ਹੀ ਉਹਦਾ। ਕਦੀ ਵੇਖਣਾ ਬਹੁਤਾ ਜਦੋਂ ਮਨੁੱਖ ਮਾਇਆ ਦੇ ਵਿੱਚ ਪਿੱਛੇ ਪੈ ਜਾਂਦਾ ਹੈ